तो प्रोग्राम अपडेट कैलीफोर्निया स्वागत है। ਅਮਰੀਕਾ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਲੈ ਕੇ ਅੱਜ ਦੇ ਸ਼ਾਮ ਦੇ ਇਸ ਬੁਲਟਨ ਦੇ ਵਿੱਚ ਸਭ ਦਾ ਸਵਾਗਤ ਕਰਦੇ ਹਾਂ। ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 23 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨ ਦਾ ਵਕਤ ਚੱਲ ਰਿਹਾ ਹੈ। ਉਸ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408 272 2500। ਮੈਡੀਕੇਅਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ, ਸਲਾਹ ਲੈਣਾ ਚਾਹੁੰਦੇ ਹੋ ਵੱਖ-ਵੱਖ ਪਲਾਨਸ ਦੇ ਬਾਰੇ, ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਨਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤਾਂ ਜਨਵਰੀ 6 ਦਾ ਇੱਕ ਕੈਲੀਫੋਰਨੀਆ ਦਾ ਪਾਰਟਿਸਪੈਂਟ ਉਸ ਨੂੰ FBI ਨੇ ਅੱਜ ਅਰੈਸਟ ਕਰ ਲਿਆ ਹੈਗਾ। ਲਾਸ ਐਂਜਲਸ ਤੋਂ ਖਬਰ ਆ ਰਹੀ ਆ, ਐਰਿਕ ਕ੍ਰਿਸਟੀ 56 ਸਾਲਾਂ ਦਾ, ਉਸ ਨੂੰ ਸ਼ਰਮਨ ਓਕਸ ਦੀ ਨੇਬਰਹੁੱਡ ਜੋ ਸੈਨ ਫਰਨੈਂਡੋ ਵੈਲੀ ਦੇ ਵਿੱਚ ਆ, ਉੱਥੋਂ ਅਰੈਸਟ ਕੀਤਾ ਗਿਆ। ਲੌਰਾ ਐਮਿਲਰ ਇੱਕ FBI ਦੀ ਸਪੋਕਸ ਪਰਸਨ ਹੈਗੀ ਆ, ਉਹਨਾਂ ਨੇ ਇਹ ਦੱਸਿਆ। ਕਹਿੰਦੇ ਪਹਿਲਾਂ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਸੀ ਅਰੈਸਟ ਹੋਣ ਤੋਂ, ਪਰ 3 ਘੰਟੇ ਦੀਆਂ ਨੈਗੋਸ਼ੀਏਸ਼ਨਸ ਤੋਂ ਬਾਅਦ ਉਸ ਨੂੰ ਅਰੈਸਟ ਕਰ ਲਿਆ ਗਿਆ। ਵੀਡੀਓ ਤੇ ਫੋਟੋਗ੍ਰਾਫੀ ਜਿਸ ਟਾਈਮ ਦੇ ਉੱਤੇ ਇੰਸਰੈਕਸ਼ਨ ਹੋਈ ਸੀ ਉਦੋਂ ਪਤਾ ਚੱਲਿਆ। ਉਸ ਟਾਈਮ ਦੇ ਉੱਤੇ ਕ੍ਰਿਸਟੀ ਕੈਪੀਟਲ ਦੇ ਵਿੱਚ ਉਸਨੇ ਆਪਣੇ ਆਪ ਨੂੰ ਰੇਨਬੋ ਫਲੈਗ ਦੇ ਨਾਲ ਰੈਪ ਕੀਤਾ ਹੋਇਆ ਸੀ, ਤਾਂ ਇੱਕ ਹੈਮਰ ਜਿਹੜਾ ਥੋੜਾ ਆ ਉਸ ਦੀ ਬੈਲਟ ਦੇ ਨਾਲ ਬੰਨਿਆ ਹੋਇਆ ਸੀਗਾ। ਤੇ ਇਸ ਇੱਕ ਵੀਡੀਓ ਦੇ ਵਿੱਚ ਇਹ ਵੀ ਉਸ ਨੂੰ ਫੜਿਆ ਗਿਆ ਜਦੋਂ ਉਹ ਚਲਾ ਕੇ ਕਹਿ ਰਿਹਾ ਸੀ ਵੀ ਇਹ ਸਾਡੀ ਰਾਜਧਾਨੀ ਹੈਗੀ ਆ। ਕ੍ਰਿਸਟੀ ਦਾ ਅਰੈਸਟ ਥਰਸਡੇ ਨੂੰ ਆਇਆ, ਸੇਮ ਡੇ ਜਦੋਂ ਹਾਊਸ ਦੀ ਜਨਵਰੀ 6 ਦੀ ਕਮੇਟੀ ਨੇ ਫਾਈਨਲ ਰਿਪੋਰਟ ਜਾਰੀ ਕੀਤੀ ਆ। 18 ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਈ ਡੋਨਲਡ ਟਰੰਪ ਕ੍ਰਿਮੀਨਲੀ ਅੰਗੇਜਡ ਸੀਗੇ ਮਲਟੀ ਪਾਰਟਸ ਕੌਨਸਪੀਰੇਸੀ ਦੇ ਵਿੱਚ। ਸੋ ਕ੍ਰਿਸਟੀ ਤੇ ਉੱਤੇ ਫੈਡਰਲ ਚਾਰजेस ਲਾਏ ਗਏ ਆ, ਐਂਟਰਿੰਗ ਤੇ ਰਿਮੇਨਿੰਗ ਇਨ ਰੀਸਟ੍ਰਿਕਟਡ ਬਿਲਡਿੰਗ ਔਰ ਗਰਾਊਂਡਸ ਤੇ ਵਿਦ ਜਿਹੜਾ ਡੈਡਲੀ ਵੈਪਨ, ਤੇ ਉਸ ਦਾ ਡਿਸਆਰਡਰਲੀ ਤੇ ਡਿਸਰਪਟਿਵ ਕੰਡਕਟ ਜੋ ਸੀ। ਇੱਕ ਰੀਸਟ੍ਰਿਕਟਡ ਬਿਲਡਿੰਗ ਆ ਜਿੱਥੇ ਹਰ ਕੋਈ ਨਹੀਂ ਜਾ ਸਕਦਾ, ਤੇ ਉਸ ਦੀ ਗਰਾਊਂਡ ਦੇ ਉੱਤੇ ਡੈਡਲੀ ਵੈਪਨ ਦੇ ਨਾਲ ਉਸ ਦੇ ਸੰਬੰਧ ਦੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਾਊਸ ਨੇ ਵੀ ਸੈਨੇਟ ਤੋਂ ਬਾਅਦ ਦੇ ਵਿੱਚ ਜਿਹੜਾ ਗਵਰਨਮੈਂਟ ਦੀ ਫੰਡਿੰਗ ਦਾ ਬਿੱਲ ਆ ਉਸ ਨੂੰ 201 ਦੇ ਮੁਕਾਬਲੇ 225 ਵੋਟਾਂ ਦੇ ਨਾਲ ਪਾਸ ਕਰ ਦਿੱਤਾ ਹੈਗਾ ਆ। ਸੋ ਇੱਕ ਜਿਹੜਾ ਇਹ ਬਿੱਲ ਆ ਜੇ ਨਾ ਪਾਸ ਹੁੰਦਾ ਤਾਂ ਗਵਰਨਮੈਂਟ ਸ਼ਟਡਾਊਨ ਹੋਣ ਦਾ ਖਤਰਾ ਜਿਹੜਾ ਉਹ ਬਣਿਆ ਪਿਆ ਸੀ। 29 ਦੇ ਮੁਕਾਬਲੇ 68 ਵੋਟਾਂ ਦੇ ਨਾਲ ਸੈਨੇਟ ਵਿੱਚ ਪਾਸ ਹੋਇਆ, ਤੇ ਅੱਜ 201 ਦੇ ਮੁਕਾਬਲੇ 225 ਵੋਟਾਂ ਦੇ ਨਾਲ ਇਹ ਪਾਸ ਹੋ ਗਿਆ। ਕੁਝ ਕੁ ਜਿਹੜੇ ਨੌਨ ਰਿਪਬਲਿਕਨਸ ਆ ਉਹਨਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਈ, ਤੇ ਜਿਹੜੀ ਅਲੈਗਜ਼ੈਂਡਰੀਆ ਕਾਜ਼ੋ-ਕੋਰਟੇਜ਼ ਆ ਡੈਮੋਕ੍ਰੇਟ ਪਾਰਟੀ ਵੱਲੋਂ ਉਹ ਇਕੱਲੀ ਡੈਮੋਕ੍ਰੇਟਸ ਦੀ ਜਿਸ ਨੇ ਇਸ ਦੇ ਉਲਟ ਵੋਟ ਪਾਈ, ਤੇ ਰਸ਼ੀਦਾ ਤਲੀਬ ਮਿਸ਼ੀਗਨ ਤੋਂ ਡੈਮੋਕ੍ਰੇਟ ਜਿਹੜੀ ਆ ਉਸਨੇ ਨਾ ਹਾਂ ਪਾਇਆ ਨਾ ਪਾਈ, ਉਹਨੇ ਵੋਟ ਪ੍ਰੈਜ਼ੈਂਟ ਕਹਿ ਕੇ ਜਿਹੜੀ ਆ ਉਹ ਪਾਈ ਹੈਗੀ ਆ। ਸੋ ਪਰ ਹੁਣ ਇਹ ਬਿੱਲ ਜਿਹੜਾ ਇਸ ਦੇ ਵਿੱਚ ਪਾਸ ਹੋ ਚੁੱਕਾ ਆ, ਤੇ $45 ਬਿਲੀਅਨ ਜਿਹੜਾ ਯੂਕਰੇਨ ਦੇ ਲਈ ਇਸ ਦੇ ਵਿੱਚ, ਨਾਲ ਦੇ ਨਾਲ ਮੈਡੀਕੇਡ ਪਾਲਿਸੀ ਨੂੰ ਜਿਹੜਾ ਉਹ ਲੈ ਕੇ, ਇਲੈਕਟਰਲ ਕਾਊਂਟ ਐਕਟ ਵੀ 6 ਜਨਵਰੀ ਵਰਗਾ ਸਟਾਈਲ ਦਾ ਕੋਈ ਹਮਲਾ ਦੁਬਾਰਾ ਜਿਹੜਾ ਉਹ ਨਾ ਹੋਵੇ, ਉਸ ਦੇ ਵਿੱਚ ਇਸ ਨੂੰ ਪਾਸ ਜਿਹੜਾ ਆ ਉਹ ਕੀਤਾ ਗਿਆ ਹੈਗਾ ਆ। ਤੇ $800 ਬਿਲੀਅਨ ਤੋਂ ਵੱਧ ਦਾ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਮਿਲਟਰੀ ਬਜਟ ਆ ਉਸ ਨੂੰ ਪਾਸ ਕੀਤਾ ਗਿਆ ਆ। 4.5% ਤੋਂ ਵੱਧ ਮਿਲਟਰੀ ਟਰੂਪਸ ਦੀ ਤਨਖਾਹ ਇਸ ਦੇ ਵਿੱਚ ਵਧਾਈ ਜਾਊਗੀ,
ਤੇ 22% ਇਨਕਰੀਜ਼ ਕੀਤੀ ਗਈ ਆ ਵੈਟਰਨ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਮੈਡੀਕਲ ਕੇਅਰ ਆ ਉਸ ਦੇ ਲਈ। ਇਨਫਲੇਸ਼ਨ ਨੂੰ ਕੰਬੈਟ ਕਰਨ ਦੇ ਲਈ $55 ਬਿਲੀਅਨ ਇਸ ਦੇ ਵਿੱਚ ਹੋਰ ਐਡ ਕੀਤੇ ਗਏ ਆ। ਫੈਡਰਲ ਸਾਰੀਆਂ ਡਿਵਾਈਸਿਸ ਦੇ ਉੱਤੇ ਟਿਕਟੌਕ ਨੂੰ ਵੀ ਬੈਨ ਕਰ ਦਿੱਤਾ ਗਿਆ ਆ। ਜੀ, ਕੈਲੀਫੋਰਨੀਆ ਇਸ ਵਾਰੀ ਬਹੁਤ ਕਿਸਮਤ ਵਾਲਾ ਸਟੇਟ ਰਿਹਾ ਹੈ ਕਿ ਬਹੁਤ ਘੱਟ ਅੱਗਾਂ ਲੱਗੀਆਂ ਆ। ਪਿਛਲੇ 3 ਸਾਲਾਂ ਦੇ ਦੌਰਾਨ ਕੈਲੀਫੋਰਨੀਆ ਦਾ ਜਿਹੜਾ ਅੱਗਾਂ ਦਾ ਜਿਹੜਾ ਮਾਹੌਲ ਸੀ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਸੀ। ਇਸ ਸਾਲ 3,60,000 ਏਕੜ ਸੜ ਕੇ ਸੁਆਹ ਹੋਏ ਆ, ਜਦੋਂ ਕਿ ਪਿਛਲੇ ਸਾਲ 2.2 ਮਿਲੀਅਨ ਏਕੜ ਸੜ ਕੇ ਸੁਆਹ ਹੋ ਗਏ ਸੀਗੇ। 2020 ਦੇ ਵਿੱਚ 4.2 ਮਿਲੀਅਨ ਏਕੜ ਸੜ ਕੇ ਸੁਆਹ ਹੋਏ ਸੀ। ਇਹ ਸਾਰੇ ਕਾਸੇ ਦੇ ਵਿੱਚ ਬਹੁਤ ਜ਼ਿਆਦਾ ਅਸਰ ਇੰਸ਼ੋਰੈਂਸ ਕੰਪਨੀਆਂ ਤੇ ਪੈ ਰਿਹਾ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਨੇ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਲੋਕਾਂ ਦੀ ਇੰਸ਼ੋਰੈਂਸ ਕੈਲੀਫੋਰਨੀਆ 'ਚ ਡ੍ਰੌਪ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਹੜਾ ਵੀ ਏਰੀਆ ਥੋੜਾ ਫਾਇਰ ਵਾਲਾ ਹੈਗਾ ਆ। ਜੇ ਦੱਸਦੀ ਜਾਈਏ, ਕਹਿੰਦੇ 2020 ਦੇ ਵਿੱਚ 4 ਮਿਲੀਅਨ ਏਕੜ ਸੜ ਕੇ ਸੁਆਹ ਹੋਏ ਸੀ ਤੇ 2022 ਦੇ ਵਿੱਚ 3,62,000। 2020 ਦੇ ਵਿੱਚ ਲਗਭਗ 8,500 ਦੇ ਕਰੀਬ ਅੱਗਾਂ ਲੱਗੀਆਂ ਸੀਆਂ। 2022 ਚ 7490 ਅੱਗਾਂ ਲੱਗੀਆਂ, ਪਰ ਛੋਟੀਆਂ ਸੀਗੀਆਂ। ਇਹਨਾਂ ਦੇ ਉੱਤੇ ਜਿਹੜਾ ਕੰਟਰੋਲ ਆ ਬਹੁਤ ਜਲਦੀ ਪਾ ਲਿਆ ਗਿਆ। ਪਰ ਕੈਲੀਫੋਰਨੀਆ ਨੇ ਹਜੇ ਬਹੁਤ ਲੰਮਾ ਸਮਾਂ ਆ ਜਿੱਥੇ ਇਹਨਾਂ ਨੂੰ ਫੋਰੈਸਟ ਮੈਨੇਜਮੈਂਟ ਕਰਨੀ ਪੈਣੀ ਆ, ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਵੱਡਾ ਨੁਕਸਾਨ ਅੱਗ ਦੇ ਨਾਲ ਨਾ ਹੋਵੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਮੌਸਮ ਦੀ ਜਿਹੜੀ ਤਬਦੀਲੀ ਗ੍ਰੇਟ ਪਲੇਨਸ ਦੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਵਿੱਚ ਬਹੁਤ ਬੁਰੇ ਹਾਲਾਤ ਬਣੇ ਪਏ ਆ। ਇਸ ਟਾਈਮ ਅਮਰੀਕਾ ਦੇ ਵਿੱਚ 1 ਮਿਲੀਅਨ ਤੋਂ ਵੱਧ ਲੋਕ ਬਗੈਰ ਬਿਜਲੀ ਤੋਂ ਨੇ। ਵਿੰਟਰ ਸਟਾਰਮ ਜਿਹੜਾ ਇਹ ਬੌਮ ਸਾਈਕਲੋਨ ਦੇ ਵਿੱਚ ਬਦਲਦਾ ਜਾ ਰਿਹਾ ਹੈਗਾ ਆ। ਬਹੁਤ ਸਾਰੇ ਲੋਕ ਫਸੇ ਪਏ ਨੇ, ਲੋਕ ਘਰਾਂ ਦੇ ਵਿੱਚ ਇਸ ਟਾਈਮ ਬੰਦ ਨੇ। ਅੱਜ ਜਿਹੜੀਆਂ 5,000 ਫਲਾਈਟਾਂ ਜਿਹੜੀਆਂ ਉਹ ਕੈਂਸਲ ਹੋਈਆਂ ਤੇ 7600 ਤੋਂ ਵੱਧ ਜਿਹੜੀਆਂ ਆ ਉਹ ਡਿਲੇ ਹੋ ਚੁੱਕੀਆਂ ਆ। ਕ੍ਰਿਸਮਸ ਦੇ ਬਹੁਤ ਸਾਰੇ ਜਿਹੜੇ ਲੋਕਾਂ ਦੇ ਪਲਾਨ ਆ ਉਹ ਅਪ ਐਂਡ ਹੋ ਗਏ ਆ, ਉਹ ਉਥਲ ਪੁਥਲ ਉਸ ਦੇ ਵਿੱਚ ਆ ਚੁੱਕੀ ਆ। ਲਾਈਫ ਥ੍ਰੈਟਨਿੰਗ ਬਲਿਜ਼ਰਡ ਕੰਡੀਸ਼ਨਸ, ਆਈਸੀ ਵਿੰਡਸ ਜਿਹੜੀਆਂ ਆ ਉਹ ਅਮਰੀਕਾ ਦੇ ਜਿਹੜੇ ਆ 10 ਤੋਂ ਵੱਧ ਦਰਜਨ ਤੋਂ ਵੱਧ ਸੂਬਿਆਂ ਦੇ ਵਿੱਚ ਚੱਲ ਰਹੀਆਂ ਨੇ। ਬਫਲੋ ਦੇ ਵਿੱਚ ਕਹਿੰਦੇ ਆ 70 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਤੇ ਵਿਜ਼ਿਬਿਲਿਟੀ ਬਿਲਕੁਲ ਜ਼ੀਰੋ ਜਿਹੜੀ ਉਹ ਰਹੀ, ਨਜ਼ਦੀਕ ਕੁਝ ਵੀ ਨਹੀਂ ਆ ਰਿਹਾ ਸੀ। ਇਸੇ ਦੌਰਾਨ ਲੋਕਾਂ ਨੂੰ ਪਤਾ ਲੱਗਾ ਵੀ ਉਬਲਦਾ ਪਾਣੀ ਫਰੀਜ਼ਿੰਗ ਏਅਰ ਦੇ ਵਿੱਚ ਪਾਓ ਤਾਂ ਉਹ ਸਨੋ ਬਣ ਕੇ ਥੱਲੇ ਕਾਈਂਡ ਆਫ ਡਿੱਗਦਾ ਆ। ਲੋਕਾਂ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਜਿਹੜਾ ਆ ਉਹ ਚਲਾ ਲਿਆ ਹੈਗਾ ਆ। ਸੋ ਬਹੁਤ ਸਾਰੀਆਂ ਆਊਟੇਜਸ, ਟਰੈਵਲ ਨੂੰ ਜਿਹੜਾ ਆ ਉਹ ਇਸ ਟਾਈਮ ਝੱਲਣਾ ਲੋਕਾਂ ਨੂੰ ਪੈ ਰਿਹਾ ਆ। ਬਿਜਲੀ ਤੋਂ ਬਗੈਰ, ਨੈਚੁਰਲ ਗੈਸ ਤੋਂ ਬਗੈਰ ਕਾਫੀ ਮੁਸ਼ਕਲ ਕਈ ਥਾਵਾਂ ਦੇ ਉੱਤੇ ਹੋ ਸਕਦਾ ਆ। ਹੁਣ ਤੱਕ ਹਰਜੋਤ ਸਿੰਘ ਜੀ ਇਸ ਵਿੰਟਰ ਸਟਾਰਮ ਦੇ ਚੱਲਦਿਆਂ 9 ਜਾਣਿਆਂ ਦੀਆਂ ਮਰਨ ਦੀਆਂ ਰਿਪੋਰਟਸ ਜਿਹੜੀਆਂ ਆ ਉਹ ਆ ਰਹੀਆਂ ਆ। ਬਹੁਤ ਹੀ ਠੰਡੀਆਂ ਹਵਾਵਾਂ ਤੇ ਬਰਫ਼ਬਾਰੀ ਜਿਹੜੀ ਉਹ ਇਸ ਟਾਈਮ ਆਪਾਂ ਨੂੰ ਇਹ ਦੇਖਣ ਨੂੰ ਮਿਲ ਰਹੀ ਹੈਗੀ ਆ। ਲੋਕਾਂ ਨੂੰ ਇਹੀ ਸਲਾਹ ਜਿਹੜੀ ਉਹ ਦਿੱਤੀ ਜਾ ਰਹੀ ਹੈ ਵੀ ਭਾਈ ਜਿੱਥੇ ਹੈਗੇ ਆ ਉੱਥੇ ਆਪਣੇ ਆਪ ਨੂੰ ਨਿੱਘੇ ਰੱਖਣ ਦੇ ਲਈ, ਵਾਰਮ ਰੱਖਣ ਦੀ ਜਿਹੜੀ ਆ ਉਹ ਤੁਸੀਂ ਕੋਸ਼ਿਸ਼ ਜਿਹੜੀ ਉਹ ਕਰੋ। ਓਹਾਇਓ ਦੇ ਵਿੱਚ 4 ਲੋਕ, ਕੈਂਟੱਕੀ ਦੇ ਵਿੱਚ 3 ਲੋਕ ਹੁਣ ਤੱਕ ਇੱਥੇ ਮਰ ਚੁੱਕੇ ਆ। ਜੀ ਬਿਲਕੁਲ। ਇਸੇ ਤਰ੍ਹਾਂ ਜੇ ਆਪਾਂ ਵੈਸਟ ਕੋਸਟ ਦੀ ਗੱਲ ਕਰਦੇ ਜਾਈਏ, ਵੈਸਟ ਕੋਸਟ ਦੇ ਵਿੱਚ ਕਹਿੰਦੇ ਪਈ ਬਹੁਤ ਜ਼ਿਆਦਾ ਤੇਜ਼ੀ ਨਾਲ ਹਵਾਵਾਂ ਕਰਕੇ ਜੋ ਸਮੁੰਦਰ ਦੇ ਵਿੱਚ ਟਾਈਡਸ ਆ ਉਹ ਬਹੁਤ ਉੱਚੀਆਂ ਜਾਣਗੀਆਂ। ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ ਸੰਡੇ ਤੱਕ ਜੇ ਦੱਸਦੇ ਜਾਈਏ, ਕਹਿੰਦੇ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਤਾਈਂ 7 ਫੁੱਟ ਤੋਂ ਲੈ ਕੇ 8 ਫੁੱਟ ਤੱਕ ਉੱਚੀਆਂ ਟਾਈਡਸ ਜੋ ਆ ਵਾਟਰ ਦੀਆਂ ਚੱਲਣਗੀਆਂ, ਜਿਹਦੇ ਨਾਲ ਕਈ ਲੋ ਲਾਇੰਗ ਏਰੀਏ ਆ ਉਹਨਾਂ 'ਚ ਫਲੱਡਿੰਗ ਹੋ ਸਕਦੀ ਆ। ਬਹੁਤ ਵਾਰ ਜਿਹੜੇ ਸਮੁੰਦਰ ਵਾਲਾ ਏਰੀਆ ਉਹਦੇ ਨਾਲ ਤੁਰਨ ਵਾਲੇ ਰਸਤੇ ਬਣਾਏ ਹੁੰਦੇ ਆ ਉਹ ਫਲੱਡਡ ਹੋ ਸਕਦੇ ਹੈਗੇ ਆ। ਔਰੇਂਜ ਕਾਉਂਟੀ ਦੇ ਵਿੱਚ, ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਵੀ ਜੋ ਬੀਚ ਵਾਲੇ ਏਰੀਏ ਆ ਉੱਥੇ ਟਾਈਡਸ ਕਾਫੀ ਹਾਈ ਹੋਣਗੇ। ਜੀ, ਥੈਂਕਸਗਿਵਿੰਗ ਦਿਨ ਵਾਲੇ ਦਿਨ ਬੇ ਬ੍ਰਿਜ ਕੈਲੀਫੋਰਨੀਆ ਦੇ ਵਿੱਚ ਇੱਕ ਮਾਡਲ ਐਸ ਜਿਹੜੀ ਟੈਸਲਾ 2021 ਦੀ, ਉਹ ਇੱਕ ਵਹੀਕਲ ਕ੍ਰੈਸ਼ ਦੇ ਵਿੱਚ ਇਨਵੋਲਵ ਸੀਗੀ, ਜਿਸ ਦੇ ਕਰਕੇ 8 ਹੋਰ ਜਿਹੜੇ ਵਹੀਕਲ ਆ, ਗੱਡੀਆਂ ਆ, ਉਹ ਹਾਦਸਾਗ੍ਰਸਤ ਹੋਈਆਂ ਸੀ। ਹੁਣ ਜਿਹੜੀ ਪੁਲਿਸ ਦੇ ਦੁਆਰਾ ਇਹ ਰਿਪੋਰਟ ਇਸ ਦੇ ਵਿੱਚ ਪੇਸ਼ ਕੀਤੀ ਗਈ ਆ,
ਉਸ ਟੈਸਲਾ ਦਾ ਜਿਹੜਾ ਡਰਾਈਵਰ ਆ ਉਹ ਇਸ ਦੀ ਜਿਹੜੀ ਫੁੱਲ ਸੈਲਫ ਡਰਾਈਵਿੰਗ ਮੋਡ ਆ ਉਸ ਨੂੰ ਬਲੇਮ ਜਿਹੜਾ ਉਹ ਕਰ ਰਿਹਾ ਵੀ ਕਹਿੰਦੇ ਇਸ ਦੇ ਵਿੱਚ ਮਾਲ ਫੰਕਸ਼ਨ ਹੋਇਆ ਹੋ ਸਕਦਾ, ਇਸ ਦੇ ਵਿੱਚ ਹੀ ਨੁਕਸ ਸੀਗਾ। 24 ਨਵੰਬਰ ਨੂੰ ਇਹ ਕ੍ਰੈਸ਼ ਹੋਇਆ ਸੀ I-80 ਦੇ ਉੱਤੇ, ਟ੍ਰੈਜਰ ਆਈਲੈਂਡ ਦਾ ਜਿਹੜਾ ਉੱਤੇ ਪੁਲ ਨਜ਼ਦੀਕ ਤੋਂ ਲੰਘਦਾ ਆ ਉੱਥੋਂ, ਜਿਸ ਦੇ ਨਾਲ 2 ਬੱਚਿਆਂ ਨੂੰ ਜਿਹੜੀਆਂ ਆ ਥੋੜੀਆਂ ਸੱਟਾਂ ਵੀ ਜਿਹੜੀਆਂ ਉਹ ਲੱਗੀਆਂ ਸੀ। ਲੰਬਾ ਚੌੜਾ ਜਿਹੜਾ ਡਿਲੇ ਆ ਉਹ ਉਸ ਦਿਨ ਹੋਇਆ ਸੀਗਾ। ਟੈਸਲਾ ਦੇ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਸੀਗਾ ਵੀ ਫੁੱਲ ਸੈਲਫ ਡਰਾਈਵਿੰਗ ਮੋਡ ਆ ਉਹ ਮਾਲ ਫੰਕਸ਼ਨ ਕੀਤਾ ਸੀ, ਪਰ CHP ਕਹਿੰਦੇ ਆ ਵੀ ਇਹ ਪੂਰੀ ਤਰ੍ਹਾਂ ਯਕੀਨ ਨਹੀਂ ਕਰ ਪਾ ਰਹੀ ਜਾਂ ਇਹ ਪੱਕਾ ਨਹੀਂ ਕਹਿ ਪਾ ਰਹੀ ਵੀ ਸੌਫਟਵੇਅਰ ਦੇ ਆਪਰੇਸ਼ਨ ਦੇ ਵਿੱਚ ਗਲਿਚ ਸੀ ਜਾਂ ਇਹ ਕੁਝ ਹੋਰ ਕਹਿ ਰਿਹਾ ਹੈਗਾ ਆ। ਸੋ ਟੈਸਲਾ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਉਹ ਆਪਣੀ ਟਿੱਪਣੀ ਜਿਹੜੀ ਉਹ ਨਹੀਂ ਕੀਤੀ, ਪਰ ਪੁਲਿਸ ਦੀ ਰਿਪੋਰਟ ਦੇ ਵਿੱਚ ਇਹ ਜ਼ਰੂਰ ਲਿਖਿਆ ਗਿਆ ਹੈ ਵੀ ਸੈਲਫ ਡਰਾਈਵਿੰਗ ਮੋਡ ਦੇ ਮਾਲ ਫੰਕਸ਼ਨ ਹੁੰਦਾ ਆ ਤਾਂ ਡਰਾਈਵਰ ਨੂੰ ਮੈਨੂਅਲੀ ਇਸ ਗੱਡੀ ਦਾ ਕੰਟਰੋਲ ਲੈ ਲੈਣਾ ਚਾਹੀਦਾ ਸੀ ਤਾਂ ਜੋ ਅਜਿਹੇ ਹਾਦਸੇ ਤੋਂ ਬਚਿਆ ਜਾ ਸਕੇ। ਸੋ ਅੱਜ ਟਵਿੱਟਰ ਦੇ ਉੱਤੇ ਵੀ ਟੈਸਲਾ ਦੇ ਇਸ FSD ਮਾਲ ਫੰਕਸ਼ਨ ਨੂੰ ਲੈ ਕੇ ਕਾਫੀ ਜਿਹੜੀ ਆ ਗੁੱਥਮ ਗੁੱਥਾ ਜਿਹੜੇ ਉਹ ਹੁੰਦੇ ਰਹੇ ਆ। ਪਹਿਲਾਂ ਵੀ ਟੈਸਲਾ ਕਈ ਜਿਹੜੀ ਆ ਆਪਣੇ ਡਰਾਈਵਿੰਗ ਮੋਡ ਦੇ ਕਰਕੇ ਹੋਏ ਐਕਸੀਡੈਂਟਸ ਨੂੰ ਲੈ ਕੇ ਚਰਚਾ ਦੇ ਵਿੱਚ, ਵਿਵਾਦਾਂ ਦੇ ਵਿੱਚ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੀ ਇੱਕ ਬਹੁਤ ਹੀ ਪ੍ਰੋਮੀਨੈਂਟ ਯੂਨੀਵਰਸਿਟੀ ਵੱਲੋਂ ਇੱਕ ਘਿਨੌਣੀ ਵਾਰਦਾਤ ਦੀ ਖਬਰ ਆਈ ਆ। ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ UCSF, ਉੱਥੇ ਦਾ ਜਿਹੜਾ ਮੈਡੀਕਲ ਸਕੂਲ ਆ, ਉਹਨਾਂ ਦੇ 2 ਡਰਮੇਟੋਲੋਜਿਸਟ, ਉਹਨਾਂ ਨੇ ਕਹਿੰਦੇ 1960 ਤੇ 1970 ਦੇ ਵਿੱਚ ਜਿਹੜੇ ਕੈਦੀ ਲੋਕ ਸੀਗੇ 2600 ਦੇ ਕਰੀਬ, ਉਹਨਾਂ ਦੇ ਉੱਤੇ ਇੱਕ ਜੋ ਮੈਡੀਕਲ ਐਕਸਪੈਰੀਮੈਂਟਸ ਕੀਤੇ। ਉਹਨਾਂ ਮੈਡੀਕਲ ਜੋ ਐਕਸਪੈਰੀਮੈਂਟਸ ਆ ਉਹਦੇ ਵਿੱਚ ਉਹਨਾਂ ਨੇ ਉਹਨਾਂ ਦੀ ਸਕਿਨ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਟੀਕੇ ਲਾ ਕੇ ਚਮੜੀ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਅਸਰ ਹੁੰਦਾ ਹੈਗਾ ਹਰਬਲ ਤੇ ਹੋਰ ਜਿਹੜੀਆਂ ਬਿਮਾਰੀਆਂ ਉਹਨਾਂ ਦੇ ਲਈ ਕਿਸ ਤਰ੍ਹਾਂ ਲੋਕਾਂ ਦੇ ਉੱਤੇ ਅਸਰ ਹੁੰਦਾ, ਉਹ ਟੈਸਟ ਕੀਤੇ। ਅੱਜ UCSF ਨੇ ਅਪੋਲੋਜਾਈਜ਼ ਕੀਤਾ ਆ ਵੀ ਅਸੀਂ ਜੋ ਇਹ ਕੈਦੀ ਆ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਤੋਂ ਟੈਸਟ ਕੀਤੇ। ਹਾਲਾਂਕਿ ਉਹਨਾਂ ਨੂੰ ਲਾਲਚ ਦਿੱਤਾ ਗਿਆ ਸੀ ਉਸ ਟਾਈਮ ਦੇ ਉੱਤੇ ਵੀ ਤੁਹਾਨੂੰ $30 ਪਰ ਮੰਥ ਦੇ ਹਿਸਾਬ ਨਾਲ ਦਿੱਤੇ ਜਾਣਗੇ। 2 ਡਾਕਟਰ ਹਾਰਵਰਡ ਮਾਈਵਾਚ ਤੇ ਡਾਕਟਰ ਵਿਲੀਅਮ ਐਪਸਟੀਨ, ਦੋਨਾਂ ਨੇ ਇਸ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ। ਇੱਕ ਡਾਕਟਰ ਤਾਂ 2006 ਦਾ ਮਰ ਚੁੱਕਾ ਆ ਤੇ ਦੂਸਰਾ ਡਾਕਟਰ ਹਜੇ ਤੱਕ ਜੀਂਦਾ ਹੈਗਾ ਆ। ਸੋ ਦੇਖੋ ਕਿੱਡੀ ਮਾੜੀ ਗੱਲ ਹੈਗੀ ਆ। ਕਹਿੰਦੇ ਭਈ ਜੋ ਪਾਰਟੀਸਪੈਂਟ ਸੀ ਉਹਨਾਂ ਨੂੰ ਉਹਨਾਂ ਦੇ ਉੱਤੇ ਮੋਸਕੀਟੋਜ਼ ਕਿਸ ਤਰ੍ਹਾਂ ਜਿਹੜੇ ਅਸਰ ਕਰਦੇ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਦੀ ਸਕਿਨ ਦੇ ਉੱਤੇ ਜਿਹੜੇ ਆ ਦਵਾਈ ਵਰਤੀ ਗਈ ਜੋ ਕਿ ਕਿਤੇ ਵੀ ਟੈਸਟ ਨਹੀਂ ਕੀਤੀ ਗਈ ਸੀ। ਸੋ ਇਦਾਂ ਦੇ ਜਿਹੜੇ ਟੈਸਟ ਆ ਉਹ ਕੈਦੀਆਂ ਦੇ ਉੱਤੇ ਡਰਮੇਟੋਲੋਜੀ ਡਿਪਾਰਟਮੈਂਟ ਜਿਹੜੀ ਯੂਨੀਵਰਸਿਟੀ ਦੀ ਉਹਨਾਂ ਵੱਲੋਂ ਕੀਤੇ ਗਏ। ਸੋ ਬੇਸਿਕਲੀ ਇਹਨਾਂ ਕੈਦੀਆਂ ਨੂੰ ਇਨਸਾਨ ਦੀ ਥਾਂ ਤੇ ਗਿਨੀ ਪਿਗ ਜਿਹੜੇ ਆ ਉਹ ਸਮਝਿਆ ਜਿਹੜਾ ਉਹ ਗਿਆ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੈਦਰ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਖਬਰ ਆ ਰਹੀ ਆ। ਓਹਾਇਓ ਦੇ ਟਰਨਪਾਈਕ ਇਲਾਕੇ ਦੇ ਵਿੱਚ 50 ਕਾਰਾਂ ਦੇ ਜਿਹੜੇ ਐਕਸੀਡੈਂਟ ਹੋਏ ਆ, ਕ੍ਰੈਸ਼ਿਸ ਹੋਏ ਆ ਤੇ ਪਾਈਲ ਅਪ ਜਿਹੜਾ ਹੋਇਆ। ਇਸ ਦੇ ਚੱਲਦੇ ਕਹਿੰਦੇ ਵੀ ਇਸ ਵੱਡੇ ਹਾਦਸੇ ਦੇ ਵਿੱਚ ਇੱਕ ਜਣੇ ਦੀ ਹੁਣ ਤੱਕ ਮੌਤ ਦੀ ਖਬਰ ਆਈ ਆ ਤੇ ਕਈ ਲੋਕ ਜਿਹੜੇ ਉਹ ਫੱਟੜ ਹੋਏ ਨੇ। 50 ਦੇ ਤਕਰੀਬਨ ਵਹੀਕਲਸ ਕਹਿੰਦੇ ਆ ਵੀ ਇਸ ਦੇ ਵਿੱਚ ਇਨਵੋਲਵ ਸੀਗੇ। ਸਵੀਅਰ ਵਿੰਟਰ ਵੈਦਰ ਜਿਹੜਾ ਇਸ ਟਾਈਮ ਇਹਨਾਂ ਸੂਬਿਆਂ ਦੇ ਵਿੱਚੋਂ ਲੰਘ ਰਿਹਾ ਆ, ਜਿਸ ਕਰਕੇ ਅਜਿਹੇ ਹਾਦਸੇ ਹੋਣ ਦਾ ਖਤਰਾ ਹੋਰ ਵੀ ਜ਼ਿਆਦਾ ਜਿਹੜਾ ਇਸ ਟਾਈਮ ਵੱਧ ਚੁੱਕਾ ਆ। ਸੋ ਕਹਿੰਦੇ ਵੀ ਭਾਈ ਆਪਣੇ ਆਪ ਨੂੰ ਬਚਾ ਕੇ ਰੱਖੋ, ਹੌਲੀ ਚਲਾਓ। ਜੇ ਨਹੀਂ ਲੋੜ ਡਰਾਈਵ ਕਰਨ ਦੀ ਤਾਂ ਬਿਲਕੁਲ ਵੀ ਅਜਿਹੀਆਂ ਕੰਡੀਸ਼ਨਸ ਦੇ ਵਿੱਚ ਡਰਾਈਵ ਕਰਨ ਦੀ ਜ਼ਰੂਰਤ ਨਹੀਂ ਆ। ਆਪਣੇ ਆਪ ਨੂੰ, ਆਪਣੇ ਇਕਵਿਪਮੈਂਟ ਨੂੰ ਭਾਈ ਬਚਾ ਕੇ ਰੱਖੋ। ਜੀ, ਕਹਿੰਦੇ ਜਿਹੜੇ ਪੋਲਰ ਬੀਅਰਸ ਆ ਉਹ ਕੈਨੇਡਾ ਦੇ ਇੱਕ ਹਿੱਸੇ ਦੇ ਵਿੱਚ ਇਹਨਾਂ ਨੂੰ ਇਹ ਕਿਹਾ ਜਾਂਦਾ ਵੀ ਸਭ ਤੋਂ ਵੱਧ ਜੋ ਵੈਸਟਰਨ ਹਡਸਨ ਵੇ ਹੈਗਾ ਆ ਪੋਲਰ ਬੀਅਰਸ ਦੀ ਉੱਥੇ ਪੋਪੂਲੇਸ਼ਨ ਹੈਗੀ ਆ। ਪਰ ਰਿਸਰਚਰਸ ਨੇ ਇਹ ਫਾਈਂਡ ਆਊਟ ਕੀਤਾ ਆ ਵੀ ਵੈਸਟਰਨ ਹਡਸਨ ਵੇ ਜੋ ਹੋਮ ਟੂ ਚਰਚਲ ਆ, ਇਸ ਟਾਊਨ ਨੂੰ ਪੋਲਰ ਬੀਅਰ ਕੈਪੀਟਲ ਆਫ ਦਾ ਵਰਲਡ ਕਰਕੇ ਜਾਣਿਆ ਜਾਂਦਾ ਆ। ਕਹਿੰਦੇ ਵੀ 2016 ਚ 842 ਦੇ ਕਰੀਬ ਪੋਲਰ ਬੀਅਰ ਇਸ ਏਰੀਏ ਦੇ ਵਿੱਚ ਸੀਗੇ, ਜੋ ਕਿ ਘਟ ਕੇ ਹੁਣ 618 ਰਹਿ ਗਏ ਆ। ਇਹ ਬਹੁਤ ਵੱਡਾ ਨੰਬਰ ਆ ਜਿਹੜਾ ਘਟਿਆ ਹੈਗਾ, ਡਿਕਲਾਈਨ ਹੋਇਆ ਹੈਗਾ।
ਐਂਡਰਿਊ ਡੇਰੋਚਰ ਇੱਕ ਬਾਇਓਲੋਜੀ ਦੇ ਪ੍ਰੋਫੈਸਰ ਆ ਯੂਨੀਵਰਸਿਟੀ ਆਫ ਅਲਬਰਟਾ ਦੇ। ਉਹਨਾਂ ਨੇ ਲਗਭਗ 4 ਦਹਾਕਿਆਂ ਤੋਂ ਪੋਲਰ ਵੀਅਰਸ ਦੇ ਉੱਤੇ ਸਟੱਡੀ ਕੀਤੀ ਹੈਗੀ ਆ। ਸੋ ਇਹ ਇੱਕ ਹਿਊਮੈਨਿਟੀ ਦੇ ਲਈ ਬਹੁਤ ਵੱਡਾ ਇਹ ਵੀ ਵਾਰਨਿੰਗ ਆ ਵੀ ਦੇਖੋ ਇਹ ਇੱਕ ਜੋ ਸਪੀਸੀਜ਼ ਆ ਇਹ ਵੀ ਖਤਮ ਹੋਣ ਵੱਲ ਨੂੰ ਜਾ ਰਹੀ ਹੈਗੀ ਆ। ਨੈਂਪਾ ਆਈਡਾਹੋ ਦੀ ਪੁਲਿਸ ਦੇ ਦੁਆਰਾ ਇੱਕ ਕੈਲੀਫੋਰਨੀਆ ਦੇ ਬੰਦੇ ਨੂੰ ਕਈ ਚਾਰजेस ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਆ, ਜਿਸ ਦੇ ਵਿੱਚ ਫਸਟ ਡਿਗਰੀ ਕਿਡਨੈਪਿੰਗ ਵੀ ਸ਼ਾਮਿਲ ਆ। ਅੱਜ ਜਿਹੜਾ ਸਵੇਰੇ ਉੱਥੇ ਡਿਸਪੈਚਰਸ ਨੂੰ ਟੈਕਸਟ ਟੂ 911 ਮੈਸੇਜ ਜਿਹੜਾ ਇੱਕ ਔਰਤ ਦੇ ਦੁਆਰਾ ਆਇਆ, ਜਿਸ ਨੇ ਇਹ ਦੱਸਿਆ ਵੀ ਉਸ ਨੂੰ ਕਿਡਨੈਪ ਕਰ ਲਿਆ ਗਿਆ ਆ ਤੇ ਉਹਦੀ ਇੱਛਾ ਦੇ ਉਲਟ ਉਸ ਨੂੰ ਬੰਧਕ ਬਣਾ ਕੇ ਰੱਖਿਆ ਗਿਆ। ਡਿਸਪੈਚਰਸ ਨੇ ਉਸ ਵਿਕਟਮ ਦੇ ਨਾਲ ਟੈਕਸਟ ਦੇ ਜ਼ਰੀਏ ਹੀ ਗੱਲਬਾਤ ਜਿਹੜੀ ਉਹ ਕੀਤੀ। ਮੋਟਲ ਦੇ ਵਿੱਚ ਜਿਹੜੀ ਆ ਉਹ ਪਤਾ ਲੱਗਾ ਵੀ ਇਸ ਨੂੰ ਰੱਖਿਆ ਗਿਆ ਆ ਤੇ ਉੱਥੇ ਨੈਂਪਾ ਪੁਲਿਸ ਪੈਟਰੋਲ ਆਫੀਸਰਸ ਜਿਹੜੇ ਉਹ ਪਹੁੰਚੇ ਤੇ ਹੁਣ 40 ਸਾਲਾ ਐਮਲੀਨੋ ਰਾਮੋਸ ਉਸ ਨੂੰ ਕਸਟਡੀ ਦੇ ਵਿੱਚ ਰੱਖਿਆ ਗਿਆ ਹੈਗਾ ਤੇ ਜਿਹੜੀ 29 ਸਾਲਾਂ ਦੀ ਵਿਕਟਮ ਸੀ ਜੋ ਕਿ ਹੁਣ ਸੁਰੱਖਿਅਤ ਆ, ਉਸ ਨੂੰ ਪਰਿਵਾਰ ਦੇ ਨਾਲ ਮਿਲਾਇਆ ਜਾ ਰਿਹਾ ਹੈ। ਸੋ ਇਹ ਕੈਲੀਫੋਰਨੀਆ ਤੋਂ ਸੀਗਾ ਬੰਦਾ ਜਿਸ ਨੇ ਇਸ ਘਿਨੌਣੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਜੀ, ਫ੍ਰੇਜ਼ਨੋ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਵੀ ਇੱਕ ਗਰੁੱਪ ਜਿਹੜੇ 4 ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ। ਬਹੁਤ ਵੱਡਾ ਜੋ ਉਹ ਫਰਾਡ ਸਕੀਮ ਚਲਾ ਰਹੇ ਸੀ। ਉਹਨਾਂ ਦੇ ਵਿੱਚ 36 ਸਾਲਾਂ ਦਾ ਮਾਰਕੋਸ ਗਰਜ਼ਾ, ਐਨਾ ਰੈਮਿਰੇਜ਼, ਲੌਰਾ ਮੋਰਾ ਤੇ ਓਲਿਵੀਆ ਰੋਦਰੀਗਸ ਕਰਕੇ ਉਹਨਾਂ ਦੇ ਨਾਂ ਦੱਸੇ ਗਏ ਆ। ਫ੍ਰੇਜ਼ਨੋ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਆ ਵੀ ਇਹ ਸਾਰੇ ਵਾਈਟ ਕਾਲਰ ਕ੍ਰਾਈਮ ਦੇ ਵਿੱਚ ਇਨਵੋਲਵ ਸੀ। ਇਹਨਾਂ ਦੇ ਵਿੱਚੋਂ ਇੱਕ ਮਾਰਕੋਸ ਗਰਜ਼ਾ ਦਾ ਤਾਂ ਆਪਣਾ YouTube ਚੈਨਲ ਵੀ ਆ, ਉਹ ਆਪਣੇ ਆਪ ਨੂੰ ਫਾਈਨੈਂਸ਼ੀਅਲ ਐਕਸਪਰਟ ਦੱਸਦਾ ਸੀ ਤੇ ਫਾਈਨੈਂਸ ਦੇ ਉੱਤੇ ਸੈਮੀਨਾਰਸ ਵੀ ਦਿੰਦਾ ਸੀ। ਸੋ ਉਸਨੇ ਲੋਕਾਂ ਦੀ ਇਨਫੋਰਮੇਸ਼ਨ ਇਕੱਠੀ ਕੀਤੀ, ਸੋਸ਼ਲ ਸਿਕਿਉਰਿਟੀ ਜਾਂ ਹੋਰ ਜਿਹੜੀ ਪਰਸਨਲ ਇਨਫੋਰਮੇਸ਼ਨ ਆ, ਤੇ ਉਹ ਸਾਰੀ ਇਨਫੋਰਮੇਸ਼ਨ ਯੂਜ਼ ਕਰਕੇ ਚੋਰੀ ਕਰਕੇ ਉਸਨੇ ਆਪਣੀਆਂ ਬੋਟਸ ਖਰੀਦੀਆਂ, ਵਹੀਕਲ ਖਰੀਦੀਆਂ, ਪਰਸਨਲ ਪ੍ਰੋਪਰਟੀ, ਅਸਟੇਟ ਪ੍ਰੋਪਰਟੀ ਲਗਭਗ $5 ਲੱਖ ਤੋਂ ਉੱਪਰ ਤੇ ਪੂਰੇ ਉਸਨੇ ਜਿਹੜੇ ਆ ਇਹ 4 ਜਾਣਿਆਂ ਨੇ ਲੋਕਾਂ ਨੂੰ ਲੁੱਟ ਕੇ ਆਪ ਨਜ਼ਾਰੇ ਲੈਂਦੇ ਰਹੇ। ਸੋ ਰੋਦਰੀਗਸ ਦੀ ਲੋਕੇਸ਼ਨ ਬਾਰੇ ਸ਼ੈਰਿਫ ਡਿਪਾਰਟਮੈਂਟ ਨੇ ਨੰਬਰ ਜਾਰੀ ਕੀਤਾ ਹੈ ਵੀ ਉਹਨਾਂ ਨੂੰ ਉੱਥੇ ਕੰਟੈਕਟ ਕੀਤਾ ਜਾਵੇ ਜੇ ਕੋਈ ਬੰਦਾ ਉਹਨਾਂ ਦੇ ਕੋਲੋਂ ਜਿਹੜਾ ਆ ਇਸ ਫਰਾਡ ਦੇ ਅੰਡਰ ਇੱਕ ਤਰ੍ਹਾਂ ਦੇ ਨਾਲ ਵਿਕਟਮ ਬਣਿਆ ਹੈਗਾ। ਜੀ, ਆਈਆਰਐਸ ਨੇ ਅੱਜ ਜਿਹੜਾ ਅਨਾਉਂਸ ਕੀਤਾ ਹੈ ਵੀ ਜਿਹੜਾ $600 ਵਾਲੀ ਇੱਕ ਵੈਨਮੋ ਤੇ ਕੈਸ਼ ਐਪ ਦੇ ਲਈ ਨਵੀਂ ਟੈਕਸ ਫਾਈਲਿੰਗ ਰੂਲ ਸੀਗਾ, ਉਸ ਦੀ ਇੰਪਲੀਮੈਂਟੇਸ਼ਨ ਆ 1 ਸਾਲ ਦੇ ਲਈ ਜਿਹੜੀ ਉਹ ਡਿਲੇ ਕਰ ਦਿੱਤੀ ਗਈ ਆ। ਸੋ ਇਹ ਕਾਫੀ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਇਸ ਦੇ ਬਾਬਤ ਪੈ ਰਿਹਾ ਸੀਗਾ। ਅਮਰੀਕਨ ਰੈਸਕਿਊ ਪਲਾਨ ਦੇ ਵਿੱਚ ਇਹ ਚੇਂਜ ਇੰਟਰੋਡਿਊਸ ਕੀਤਾ ਗਿਆ ਸੀ, ਜਿਸ ਵਿੱਚ ਕੰਪਨੀਜ਼ ਜਿੱਦਾਂ ਕਿ ਵੈਨਮੋ, ਕੈਸ਼ ਐਪ, ਪੇਪੈਲ, ਉਹਨਾਂ ਨੂੰ 1099K ਫਾਰਮਸ ਉਹਨਾਂ ਦੇ ਯੂਜ਼ਰਸ ਨੂੰ ਘੱਲਣੇ ਪੈਣੇ ਸੀਗੇ ਜੇ $600 ਤੋਂ ਵੱਧ ਦੀ ਟ੍ਰਾਂਜੈਕਸ਼ਨ ਹੋਈ ਆ ਕਿਸੇ ਗੁੱਡਸ ਜਾਂ ਸਰਵਿਸਿਜ਼ ਦੇ ਲਈ। ਸੋ ਹੁਣ ਕਹਿੰਦੇ ਵੀ ਪਹਿਲਾਂ ਕੰਪਨੀਆਂ 200 ਤੋਂ ਵੱਧ ਜੇ ਟ੍ਰਾਂਜੈਕਸ਼ਨ $20,000 ਤੋਂ ਵੱਧ ਦੀਆਂ ਹੁੰਦੀਆਂ ਸੀ ਤਾਂ ਇਹ ਫਾਰਮ ਘੱਲਦੀਆਂ ਸੀਗੀਆਂ। ਹੁਣ ਆਈਆਰਐਸ ਨੇ ਕਿਹਾ ਆ ਵੀ ਇਹ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚੋਂ ਲੰਘ ਰਹੇ ਆ, ਸੋ ਇਸ ਸਾਲ ਜਿਹੜਾ ਅਗਲੇ ਸਾਲ ਜਿਹੜਾ ਟੈਕਸ ਇਹਨਾਂ ਨੇ ਭਰਨਾ ਹੈ ਉਹਦੇ ਵਿੱਚ ਇਹ ਕਰਨ ਦੀ ਜ਼ਰੂਰਤ ਨਹੀਂ ਹੋਊਗੀ। ਉਹ ਤੋਂ ਅਗਲੇ ਸਾਲ ਦੇ ਜਿਹੜੇ ਟੈਕਸ ਦੇ ਵਿੱਚ ਇਹ ਜਿਹੜੇ ਫਾਰਮਸ ਆ ਉਹ ਕੀਤੇ ਜਾਣਗੇ। ਸੋ ਹੁਣ ਮੌਜੂਦਾ ਤੌਰ ਦੇ ਉੱਤੇ ਜਿਹੜਾ $20,000 ਵਾਲਾ ਥ੍ਰੈਸ਼ਹੋਲਡ ਆ 1099K ਫਾਰਮ ਦਾ ਉਹ ਇਨ ਇਫੈਕਟ ਜਿਹੜਾ ਉਹ ਰਹੂਗਾ। $600 ਵਾਲਾ ਜਿਹੜਾ ਟ੍ਰਾਂਜੈਕਸ਼ਨ ਆ ਉਸ ਤੋਂ ਅਗਲੇ ਸਾਲ ਹੁਣ ਆਵੇਗਾ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ ਤੇ ਸਟਾਕ ਦੀ ਗੱਲਬਾਤ ਕਰਦੇ ਜਾਈਏ। ਜੀ, ਸਟਾਕ ਦੇ ਵਿੱਚ ਡਾਓ ਜੋਨਸ ਅੱਜ 176 ਪੁਆਇੰਟ ਵਧਿਆ 33,204 ਦੇ ਉੱਤੇ ਬੰਦ ਹੋਇਆ। S&P 22 ਪੁਆਇੰਟ ਵੱਧ ਕੇ 3844 ਤੇ ਬੰਦ ਹੋਇਆ। ਨੈਸਡੈਕ 22 ਪੁਆਇੰਟ ਵੱਧ ਕੇ 10,498 ਤੇ ਬੰਦ ਹੋਇਆ। ਸੋਨੇ ਦਾ ਭਾਅ $1,806 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ ਰਹੀ। 10-year yield 3.74%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $16,830 ਦੇ ਬਰਾਬਰ ਤੇ ਇਥੀਰੀਅਮ $1,215 ਦੇ ਬਰਾਬਰ ਰਿਹਾ ਆ। ਸੋ ਕ੍ਰਿਸਮਸ ਵੀਕਐਂਡ ਜਿਹੜਾ ਹਰਜੋਤ ਸਿੰਘ ਜੀ ਇਹ ਆ ਰਿਹਾ ਆ, ਸੋ ਉਸ ਤੋਂ ਪਹਿਲਾਂ ਮਾਰਕੀਟ ਥੋੜੀ ਜੀ ਉੱਤੇ ਨੂੰ ਗਈ ਆ। ਜੀ ਬਿਲਕੁਲ, ਜਿੰਨੇ ਵੀ ਕਹਿੰਦੇ ਇਕਨੋਮਿਕ ਇੰਡੀਕੇਟਰਸ ਆਏ ਆ ਉਹ ਡਾਊਨ ਗਏ ਆ ਨਵੰਬਰ ਮਹੀਨੇ ਦੇ ਵਿੱਚ, ਤੇ ਜੇ ਤੋਂ ਇਹ ਸਿਗਨਲ ਹੋ ਰਿਹਾ ਵੀ 2023 ਦੇ ਵਿੱਚ ਰਿਸੈਸ਼ਨ
ਆ ਰਿਹਾ ਹੈਗਾ ਆ। ਸੋ $1 ਦੀ ਕੀਮਤ ਇੰਡੀਆ ਦੇ 82 ਰੁਪਏ ਤੇ 60 ਪੈਸੇ ਦੇ ਬਰਾਬਰ ਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂ।